क्लास 9 बेटा तुहाडे फर्स्ट टर्म च लेख है शहीद आजम भगत सिंह, कंप्यूटर का वध रहा रुझान, महंगाई का आम आदमी ते असर, विद्यार्थी जीवन, कोई महान शख्सियत। बेटा तुहाडे वास्ते ये 5 दे 5 लेख जिहड़े कंपलसरी है, तुसीं सारे याद करने हैं। एग्जाम विच परीक्षा विच कोई भी 3 जो तुहानूं आउणगे। तो तुहाडा जो फर्स्ट है आपां पढ़ दांगे शहीद आजम भगत सिंह। सब तो पहले असीं की करना दा भूमिका, उस बारे आपां लिखना हुंदा। तुसीं किस बारे लेख लिख रहे हो, ठीक है, जानकारी। कहता जननी जने तां भगत जन, कह दाता कह सूर, नहीं तो जननी बाँझ रहे काहे गवावे नूर। भाव कि जे जन्म देना ही है तो भगत सिंह वर्गे सूरमिਆਂ ਨੂੰ ही देना चाहिए। ਉਹ ਮਾਵਾਂ ਧੰਨ ਹਨ ਜਿਨ੍ਹਾਂ ਨੇ ਭਗਤ ਸਿੰਘ ਵਰਗੇ ਮਹਾਨ ਸਪੂਤਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ, ਗੌਰਵ ਅਤੇ ਅਣਖ ਦੀ ਖਾਤਰ ਹੱਸਦੇ ਹੱਸਦੇ ਫਾਂਸੀ ਦਾ ਰਸਤਾ ਚੁੰਮਿਆ। ਇਤਿਹਾਸ ਸਦਾ ਅਜਿਹੀਆਂ ਮਾਵਾਂ ਦਾ ਰਿਣੀ ਰਹੇਗਾ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖੇਗਾ। ਬੇਟਾ ਅੱਗੇ ਸੀ ਦਾ ਜਨਮ ਅਤੇ ਬਚਪਨ। ਇਸ ਕੌਮੀ ਸ਼ਹੀਦ ਦਾ ਜਨਮ 27 ਸਤੰਬਰ 1907 ਈਸਵੀ ਨੂੰ ਚੱਕ ਨੰਬਰ 5 ਜ਼ਿਲ੍ਹਾ ਲਾਇਲਪੁਰ ਜਿਹੜਾ ਪਾਕਿਸਤਾਨ ਹੈ ਵਿਖੇ ਹੋਇਆ। ਆਪ ਦਾ ਜੱਦੀ ਪਿੰਡ ਖਟਕੜ ਕਲਾ, ਠੀਕ ਹੈ ਨਾ, ਖਟਕੜ ਕਲਾ ਸੀ। ਜ਼ਿਲ੍ਹਾ ਕਿੱਥੇ ਚੱਲ ਗਿਆ, ਉਹ ਨਵਾਂ ਸ਼ਹਿਰ 'ਚ ਸੀ। ਇਹਨਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹਨਾਂ ਦਾ ਚਾਚਾ ਅਜੀਤ ਸਿੰਘ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ। ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ, ਆਪ ਦੇ ਪਿਤਾ ਨੇਪਾਲ ਦੀ ਜੇਲ੍ਹ ਅਤੇ ਚਾਚਾ ਮਾਂਡਲੇ ਜੇਲ੍ਹ ਵਿੱਚੋਂ ਰਿਹਾ ਹੋਏ ਸਨ। ਇਸ ਤਰ੍ਹਾਂ ਆਪ ਨੂੰ ਭਾਗਾ ਵਾਲਾ ਕਹਿ ਕੇ ਬੁਲਾਇਆ ਗਿਆ ਤੇ ਆਪ ਦਾ ਨਾਂ ਭਗਤ ਸਿੰਘ ਰੱਖਿਆ ਗਿਆ। ਵਿਦਿਆ ਪ੍ਰਾਪਤੀ। ਭਗਤ ਸਿੰਘ ਨੇ ਮੁੱਢਲੀ ਵਿਦਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ ਤੇ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਲਾਹੌਰ ਆ ਗਏ। DAV ਸਕੂਲ ਲਾਹੌਰ ਤੋਂ 10ਵੀਂ ਪਾਸ ਕਰਨ ਮਗਰੋਂ ਨੈਸ਼ਨਲ ਕਾਲਜ ਲਾਹੌਰ ਵਿਖੇ ਦਾਖਲ ਹੋ ਗਏ। ਕਾਲਜ ਵਿੱਚ ਆ ਕੇ ਭਗਤ ਸਿੰਘ ਨੂੰ ਦੇਸ਼ ਦੀ ਗੁਲਾਮੀ ਦਾ ਅਹਿਸਾਸ ਹੋਇਆ। ਬੇਟਾ ਗਿਆ ਰਾਜਨੀਤੀ ਵਿੱਚ ਭਾਗ ਲੈਣਾ। ਜਦੋਂ ਭਗਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਭਾਰਤੀਆਂ ਨਾਲ ਹੁੰਦੇ ਭੈੜੇ ਸਲੂਕ ਨੂੰ ਵੇਖਿਆ ਤਾਂ ਉਸ ਦੀ ਆਤਮਾ ਝੰਜੋੜੀ ਗਈ। ਭਾਵ ਕਿ ਉਹਨਾਂ ਦੀ ਆਤਮਾ ਜਿਹੜੀ ਹੈ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਕਿ ਕੀ ਹੋ ਰਿਹਾ। ਉਸਨੇ ਪੜ੍ਹਾਈ ਵਿੱਚ ਹੀ ਛੱਡ ਕੇ ਰਾਜਨੀਤੀ 'ਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਚਾਲੂ ਕੀਤੀ ਹੋਈ ਸੀ। ਭਗਤ ਸਿੰਘ ਅਤੇ ਭਾਰਤ ਦੇ ਅਨੇਕਾਂ ਹੀ ਹੋਰ ਨੌਜਵਾਨਾਂ ਨੇ ਇਸ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਬੇਟੇ ਤੁਸੀਂ ਜਿਹੜੇ ਆ ਪੁਆਇੰਟ ਲਿਖਣੇ ਬਹੁਤ ਜ਼ਰੂਰੀ ਹੁੰਦੇ ਆ। ਪੁਆਇੰਟ ਤੁਸੀਂ ਅਗਰ ਯਾਦ ਕਰੋਗੇ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ। ਇਹ 'ਚ ਰੱਟਾ ਨਹੀਂ ਹੈ, ਸਮਝ ਕੇ ਲਿਖਣਾ, ਠੀਕ ਹੈ। ਅੱਗੇ ਬੇਟੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ। ਅੰਗਰੇਜ਼ੀ ਰਾਜ ਤੋਂ ਛੁਟਕਾਰਾ ਪਾਉਣ ਲਈ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਇੱਕ ਜਥੇਬੰਦੀ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਹਨਾਂ ਨੇ ਨੌਜਵਾਨ ਭਾਰਤ ਸਭਾ ਰੱਖਿਆ। ਇਸ ਸਭਾ ਦਾ ਉਹੀ ਮੈਂਬਰ ਬਣ ਸਕਦਾ ਸੀ ਜੋ ਹਮੇਸ਼ਾ ਹੀ ਕੁਰਬਾਨੀ ਕਰਨ ਲਈ ਤਿਆਰ ਰਹੇ। ਇਸ ਸਭਾ ਵਿੱਚ ਅਨੇਕਾਂ ਹੀ ਸਿਰਲੱਥ ਯੋਧੇ ਸ਼ਾਮਿਲ ਹੋ ਗਏ। ਸਿਰਲੱਥ ਭਾਵ ਕਿ ਜਿਹੜਾ ਦੇਸ਼ ਵਾਸਤੇ ਜਾਨ ਦੇਣ ਵਾਸਤੇ। ਅਗਲਾ ਹੈ ਸਾਈਮਨ ਕਮਿਸ਼ਨ ਦਾ ਭਾਰਤ ਆਉਣਾ। 30 ਜੂਨ 1928 ਈਸਵੀ ਵਿੱਚ ਭਾਰਤ ਵਿੱਚ ਸਾਈਮਨ ਕਮਿਸ਼ਨ ਆਇਆ ਤਾਂ ਸਾਰੇ ਭਾਰਤੀਆਂ ਨੇ ਕਾਲੀਆਂ ਝੰਡੀਆਂ ਨਾਲ ਉਸ ਦਾ ਵਿਰੋਧ ਕੀਤਾ। ਇਸ ਅੰਦੋਲਨ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ, ਭਾਵ ਕਿ ਮੇਨ ਲੀਡਰ ਉਹ ਸਨ। ਪੁਲਿਸ ਨੇ ਲੋਕਾਂ ਤੇ ਲਾਠੀਆਂ ਦਾ ਮੀਂਹ ਵਰਾ ਦਿੱਤਾ, ਭਾਵ ਕਿ ਬਹੁਤ ਲਾਠੀਆਂ ਵਰਾਈਆਂ। ਲਾਲਾ ਜੀ ਵੀ ਪੁਲਿਸ ਦੀਆਂ ਲਾਠੀਆਂ ਦਾ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਕੁਝ ਦਿਨਾਂ ਬਾਅਦ ਸਦਾ ਦੀ ਨੀਂਦ ਸੋ ਗਏ, ਭਾਵ ਕਿ ਸਵਰਗ ਸਿਧਾਰ। ਲਾਲਾ ਜੀ ਦੀ ਮੌਤ ਦੀ ਘਟਨਾ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਅੰਦਰ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਜਜ਼ਬਾ ਕੁੱਟ-ਕੁੱਟ ਕੇ ਭਰ ਦਿੱਤਾ। ਸਕਾਟ ਨੂੰ ਮਾਰਨ ਦਾ ਫੈਸਲਾ, ਠੀਕ ਹੈ। ਅਗਲਾ ਪੁਆਇੰਟ ਹੈ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਪੁਲਿਸ ਕਪਤਾਨ ਸਕਾਟ ਨੂੰ ਮਾਰ ਕੇ ਲੈਣ ਦਾ ਫੈਸਲਾ ਕੀਤਾ। ਸਕਾਟ ਦੀ ਥਾਂ ਤੇ ਕੌਣ ਮਾਰੇ ਗਏ ਸੀ? ਸਾਂਡਰਸ ਨੂੰ ਗੋਲੀਆਂ ਨਾਲ ਉਡਾ ਦਿੱਤਾ ਗਿਆ। ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ। ਪੁਲਿਸ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਜ਼ੋਰਾਂ ਸ਼ੋਰਾਂ ਨਾਲ ਭਾਲ ਕਰਨ ਲੱਗੀ, ਭਾਵ ਕਿ ਖੋਜ ਕਰਨ ਲੱਗੀ, ਲੱਭਣ ਲੱਗੀ। ਪਰ ਭਗਤ ਸਿੰਘ ਤੇ ਉਸਦੇ ਸਾਥੀ ਕੁਝ ਸਮੇਂ ਲਈ ਰੂਪੋਸ਼ ਹੋ ਗਏ, ਭਾਵ ਕਿ ਛੁਪ ਗਏ। ਬਾਅਦ ਵਿੱਚ ਇਹਨਾਂ ਨੇ ਕੁਝ ਇਸ਼ਤਿਹਾਰ ਦੀਵਾਰਾਂ ਉੱਤੇ ਲਾਏ ਜਿਸ ਵਿੱਚ ਖੂਨ ਦਾ ਬਦਲਾ ਖੂਨ ਲਿਖ ਕੇ ਸਾਂਡਰਸ ਦੇ ਕਤਲ ਦਾ ਕਾਰਨ ਸਪਸ਼ਟ ਕੀਤਾ ਕਿ ਲੋਕਾਂ ਨੂੰ ਪਤਾ ਚੱਲ ਜਾਏ ਕਿ ਉਹਨਾਂ ਨੇ ਸਾਂਡਰਸ ਨੂੰ ਕਿਉਂ ਮਾਰਿਆ। ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ। 8 ਅਪ੍ਰੈਲ 1929 ਈਸਵੀ ਨੂੰ ਵਾਇਸਰਾਏ ਨੇ ਰੱਦ ਕੀਤੇ ਤੇ 2 ਲੋਕ ਵਿਰੋਧੀ ਬਿੱਲਾਂ, ਕਿਹੜੇ ਕਿ 2 ਲੋਕ ਵਿਰੋਧੀ ਬਿੱਲਾਂ ਨੂੰ ਆਪਣੇ ਖਾਸ ਅਧਿਕਾਰਾਂ ਦੀ ਵਰਤੋਂ ਤੇ ਲਾਗੂ ਕਰਨਾ ਸੀ।
ਭਗਤ ਸਿੰਘ ਅਤੇ ਉਸਦੇ ਸਾਥੀ ਬੀਕੇ ਦੱਤ ਨੇ ਉਸ ਵੇਲੇ ਅਸੈਂਬਲੀ ਹਾਲ ਵਿੱਚ ਧਮਾਕੇਦਾਰ ਬੰਬ ਸੁੱਟ ਕੇ ਗੂੰਗੀ ਅਤੇ ਬੋਲੀ ਅੰਗਰੇਜ਼ੀ ਸਰਕਾਰ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ। ਇਹਨਾਂ ਬੰਬਾਂ ਦੇ ਸੁੱਟਣ ਦਾ ਮਤਲਬ ਕਿਸੇ ਦੀ ਜਾਨ ਲੈਣਾ ਨਹੀਂ ਸੀ। ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਤੇ ਬੀਕੇ ਦੱਤ ਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਮਾਰਦੇ ਹੋਏ ਗ੍ਰਿਫਤਾਰੀ ਦਿੱਤੀ। ਭਾਵ ਕਿ ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਇਹ ਦੱਸਣਾ ਸੀ ਕਿ ਉਹ ਉਹਨਾਂ ਨਾਲ ਅਨਿਆਏ ਕਰ ਰਿਹਾ, ਜ਼ੁਲਮ ਕਰ ਰਿਹਾ। ਮੁਕੱਦਮਾ ਚੱਲਣਾ। ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਮੀਆਂ ਵਾਲੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਤੇ ਆਪ ਤੇ ਮੁਕੱਦਮਾ ਚਲਾਇਆ ਗਿਆ। ਜੇਲ੍ਹ ਵਿੱਚ ਆਪ ਨਾਲ ਬਹੁਤ ਬੁਰਾ ਵਰਤਾਓ ਕੀਤਾ ਗਿਆ। ਇਸ ਭੈੜੇ ਵਰਤਾਓ ਵਜੋਂ ਆਪ ਨੇ ਭੁੱਖ ਹੜਤਾਲ ਕਰ ਦਿੱਤੀ ਜੋ 15 ਦਿਨ ਤੱਕ ਚੱਲੀ। ਇਸ ਦਾ ਸਾਰੇ ਦੇਸ਼ ਵਿੱਚ ਰੋਸ ਜਿਹਾ ਫੈਲ ਗਿਆ। 14 ਜੁਲਾਈ 1929 ਈਸਵੀ ਨੂੰ ਲਾਹੌਰ ਸਾਜ਼ਿਸ਼ ਕੇਸ ਦੀ ਸੁਣਵਾਈ ਹੋਈ। ਭਗਤ ਸਿੰਘ ਅਤੇ ਬੀਕੇ ਦੱਤ ਨੂੰ ਕਮਜ਼ੋਰੀ ਦੀ ਹਾਲਤ ਵਿੱਚ ਲਾਹੌਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਆਖਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 7 ਇਨਕਲਾਬੀਆਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਜੋ ਉਹਦੇ ਸਾਥੀ ਸੀ ਬਾਕੀ, ਤੇ ਬਾਕੀਆਂ ਨੂੰ ਲੰਮੀਆਂ ਸਜ਼ਾਵਾਂ ਦਿੱਤੀਆਂ ਗਈਆਂ। ਫਾਂਸੀ ਦੇਣਾ। 23 ਮਾਰਚ 1931 ਈਸਵੀ ਦੀ ਰਾਤ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਹਨਾਂ ਦੀਆਂ ਲਾਸ਼ਾਂ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਨ ਦੀ ਬਜਾਏ, ਭਾਵ ਕਿ ਲਾਸ਼ ਉਹਨਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ ਦੀ ਬਜਾਏ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਸਾੜ ਦਿੱਤੀਆਂ ਗਈਆਂ। ਉਹਨਾਂ ਦੀਆਂ ਅਸਥੀਆਂ ਨੂੰ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ। ਇੱਥੇ ਭਾਰਤ ਸਰਕਾਰ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ ਬਣਾਈਆਂ ਹਨ, ਜਿੱਥੇ ਹਰ ਸਾਲ 23 ਮਾਰਚ ਵਾਲੇ ਦਿਨ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਲੋਕ ਇਕੱਠੇ ਹੁੰਦੇ ਹਨ। ਕਿਸੇ ਕਵੀ ਨੇ ਅਜਿਹੇ ਸ਼ਹੀਦਾਂ ਬਾਰੇ ਠੀਕ ਹੀ ਕਿਹਾ ਹੈ। ਕੀ ਕਿਹਾ? ਸ਼ਹੀदों की चिताओं पर लगेंगे हर बरस मेले, वतन पे मरने वालों का यही बाकी निशान होगा। बेटा ये चीज़ अगर तुम अगर लिखनी है तो तुसी ਇਹਨੂੰ ਬਰਾਬਰ याद करना है, स्पैलिंग गलत नहीं लिखने। फिर ਅਸੀਂ ਅੰਤ ਵਿੱਚ ਕੀ ਦੇਣੇ? ਸਾਰ, ਕਿਉਂਕਿ ਜਿਹੜਾ ਸਾਰ ਅੰਸ਼ ਦੇਣਾ ਨਾ ਉਹ ਜ਼ਰੂਰੀ ਹੈ। ਭੂਮਿਕਾ ਔਰ ਇਹ ਸਾਰੇ ਪੁਆਇੰਟ ਔਰ ਕੀ ਹੈ ਸਾਰ ਅੰਸ਼। ਜਦ ਤੱਕ ਤੁਸੀਂ ਸਾਰ ਅੰਸ਼ ਨਹੀਂ ਨਿਕਲਦੇ ਤੁਹਾਡਾ ਜਿਹੜਾ ਹੈ ਲੇਖ ਪੂਰਾ ਨਹੀਂ ਹੁੰਦਾ। ਇਸ ਕਰਕੇ ਜ਼ਰੂਰੀ ਹੈ। ਆਪ ਦੀ ਸ਼ਹੀਦੀ ਦੇਸ਼ ਵਾਸੀਆਂ ਵਾਸਤੇ ਆਜ਼ਾਦੀ ਦਾ ਪੈਗਾਮ ਲੈ ਕੇ ਆਈ। ਇਹਨਾਂ ਦੀ ਸ਼ਹੀਦੀ ਮਗਰੋਂ ਸੰਘਰਸ਼ ਹੋਰ ਤੇਜ਼ ਹੋਇਆ ਅਤੇ ਅੰਤ 15 ਅਗਸਤ 1947 ਈਸਵੀ ਦੇਸ਼ ਆਜ਼ਾਦ ਹੋ ਗਿਆ। तो इस तरीके नाल भगत सिंह जी ने किस तरीके नाल देश वास्ते हसदे हसदे कुर्बानी दिती। तो ये तुहाडा ये वाला ऐसे सी बेटे, इहनूं ध्यान नाल याद करना। और एक गल होर, इस ऐसे नूं ही तुहाडा जिहड़ा 5वां ऐसे है ना, ये वाला जिहड़ा ऐसे हैगा आ, कोई महान शख्सियत, तुसी इस ऐसे नूं यही लेख नूं यही कर सकते हो। यह वाला शहीद आजम भगत सिंह, कोई महान शख्सियत भी कर लो और यह भी कर लो, तो 2 लेख जिहड़े पूरे हो जाएंगे उहदे नाल। तो ठीक है बेटा, ओके।